ਭਾਰਤ ਦੀ ਸਭ ਤੋਂ ਵੱਡੀ ਅਦਾਲਤ ਵਿੱਚ ਇੱਕ ਵੱਡਾ ਕਾਨੂੰਨੀ ਮਾਮਲਾ ਗਰਮਾਇਆ ਹੋਇਆ ਹੈ। ਇਹ ਮਾਮਲਾ ਜਾਇਦਾਦ, ਵਿਸ਼ਵਾਸ ਅਤੇ ਸ਼ਕਤੀ ਦੇ ਮਸਲਿਆਂ ਨਾਲ ਜੁੜਿਆ ਹੋਇਆ ਹੈ। ਗੱਲ ਹੋ ਰਹੀ ਹੈ ਵਕਫ ਸੋਧ ਐਕਟ ਦੀ, ਜਿਸ ਤਹਿਤ ਧਾਰਮਿਕ ਕੰਮਾਂ ਲਈ ਦਾਨ ਕੀਤੀ ਗਈ ਜਾਇਦਾਦ ਦਾ ਪ੍ਰਬੰਧ ਹੁੰਦਾ ਹੈ ਅਤੇ ਹੁਣ ਇਸ ਦਾ ਭਵਿੱਖ ਦਾਅ ਤੇ ਲੱਗਿਆ ਹੋਇਆ ਹੈ। ਤਾਂ ਸਵਾਲ ਸਿੱਧਾ ਜਿਹਾ ਲੱਗਦਾ ਹੈ ਨਾ ਕਿ ਇਸ ਕਾਨੂੰਨ ਨੂੰ ਰਹਿਣ ਦੇਣਾ ਚਾਹੀਦਾ ਹੈ ਜਾਂ ਫਿਰ ਪੂਰੀ ਤਰ੍ਹਾਂ ਖਤਮ ਕਰ ਦੇਣਾ ਚਾਹੀਦਾ। ਪਰ ਜਿਵੇਂ ਕਿ ਅਕਸਰ ਵੱਡੇ ਮਾਮਲਿਆਂ 'ਚ ਹੁੰਦਾ ਹੈ, ਜਵਾਬ ਇੰਨਾ ਸੌਖਾ ਨਹੀਂ ਹੈ। ਸੁਪਰੀਮ ਕੋਰਟ ਨੇ ਕੋਈ ਸਿੱਧਾ-ਸਾਦਾ ਹਾਂ ਜਾਂ ਨਾ ਵਿੱਚ ਜਵਾਬ ਨਹੀਂ ਦਿੱਤਾ। ਅਸਲ ਕਹਾਣੀ ਤਾਂ ਕਹਿ ਲਓ ਇਸ ਦੇ ਵੇਰਵਿਆਂ ਵਿੱਚ ਹੀ ਲੁਕੀ ਹੋਈ ਹੈ। ਚਲੋ ਫਿਰ ਗੋਤਾ ਮਾਰਦੇ ਹਾਂ ਤੇ ਦੇਖਦੇ ਹਾਂ ਕਿ ਅਦਾਲਤ ਨੇ ਆਪਣੇ ਅੰਤਰਿਮ ਹੁਕਮ ਵਿੱਚ ਆਖਿਰ ਕਿਹਾ ਕੀ ਹੈ। ਤਾਂ ਸਭ ਤੋਂ ਪਹਿਲੀ ਤੇ ਸਭ ਤੋਂ ਵੱਡੀ ਗੱਲ, ਅਦਾਲਤ ਨੇ ਪੂਰੇ ਕਾਨੂੰਨ ਨੂੰ ਰੱਦ ਨਹੀਂ ਕੀਤਾ। ਨਹੀਂ, ਇਸ ਦੀ ਬਜਾਏ ਉਹਨਾਂ ਨੇ ਇੱਕ ਬਹੁਤ ਹੀ ਸੋਚ ਸਮਝ ਕੇ ਕਹਿ ਲਓ ਕਿ ਇੱਕ ਸਰਜੀਕਲ ਪਹੁੰਚ ਅਪਣਾਈ। ਸਿਰਫ ਉਹਨਾਂ ਹਿੱਸਿਆਂ ਤੇ ਰੋਕ ਲਗਾਈ ਜਿਨ੍ਹਾਂ ਨੂੰ ਲੈ ਕੇ ਸਭ ਤੋਂ ਵੱਧ ਚਿੰਤਾਵਾਂ ਸਨ। ਤਾਂ ਦੇਖੋ, ਇਸ ਫੈਸਲੇ ਨੂੰ ਆਪਾਂ ਦੋ ਹਿੱਸਿਆਂ ਵਿੱਚ ਵੰਡ ਕੇ ਸਮਝ ਸਕਦੇ ਹਾਂ। ਇੱਕ ਪਾਸੇ ਉਹ ਨਿਯਮ ਨੇ ਜਿਨ੍ਹਾਂ ਤੇ ਰੋਕ ਲਗਾ ਦਿੱਤੀ ਗਈ, ਜਿਵੇਂ ਕਿ ਉਹ 5 ਸਾਲ ਦੀ ਮੁਸਲਿਮ ਪ੍ਰੈਕਟਿਸ ਵਾਲੀ ਸ਼ਰਤ ਤੇ ਕਿਸੇ ਅਧਿਕਾਰੀ ਦੀ ਕਬਜ਼ੇ ਦੀ ਰਿਪੋਰਟ ਕਰਨ ਦੀ ਸ਼ਕਤੀ। ਦੂਜੇ ਪਾਸੇ ਉਹ ਚੀਜ਼ਾਂ ਨੇ ਜਿਨ੍ਹਾਂ ਨੂੰ ਹਰੀ ਝੰਡੀ ਮਿਲ ਗਈ, ਜਿਵੇਂ ਕਿ ਵਕਫ ਦੀ ਰਜਿਸਟ੍ਰੇਸ਼ਨ ਦਾ ਕੰਮ ਤੇ ਬੋਰਡਾਂ ਵਿੱਚ ਗੈਰ ਮੁਸਲਿਮ ਮੈਂਬਰਾਂ ਦਾ ਹੋਣਾ। ਇਹ ਚੱਲਦਾ ਰਹੇਗਾ। ਅੱਛਾ, ਤਾਂ ਹੁਣ ਸਵਾਲ ਇਹ ਉੱਠਦਾ ਕਿ ਅਦਾਲਤ ਨੇ ਕੁਝ ਹਿੱਸਿਆਂ ਤੇ ਰੋਕ ਕਿਉਂ ਲਗਾਈ ਤੇ ਬਾਕੀਆਂ ਨੂੰ ਕਿਉਂ ਛੱਡ ਦਿੱਤਾ? ਇਸ ਫੈਸਲੇ ਪਿੱਛੇ ਉਹਨਾਂ ਦੀ ਸੋਚ ਕੀ ਸੀ, ਕੀ ਤਰਕ ਸੀ? ਇਸ ਦਾ ਜਵਾਬ ਸਾਨੂੰ ਮਿਲਦਾ ਹੈ ਚੀਫ ਜਸਟਿਸ BR ਗਵਈ ਦੇ ਆਪਣੇ ਸ਼ਬਦਾਂ ਵਿੱਚ। ਉਹਨਾਂ ਨੇ ਕਿਹਾ, ਅਤੇ ਇਹ ਬਹੁਤ ਮਹੱਤਵਪੂਰਨ ਹੈ, ਅਜਿਹੇ ਢਾਂਚੇ ਦੀ ਅਣਹੋਂਦ ਵਿੱਚ ਇਹ ਸ਼ਕਤੀ ਦੀ ਮਨਮਾਨੀ ਵਰਤੋਂ ਦਾ ਕਾਰਨ ਬਣ ਸਕਦਾ ਹੈ। ਸਿੱਧਾ-ਸਾਦਾ ਮਤਲਬ ਸ਼ਕਤੀ ਦੀ ਦੁਰਵਰਤੋਂ ਦਾ ਡਰ। ਅਸਲ 'ਚ ਮਸਲਾ ਇਹ ਸੀ ਕਿ ਕਾਨੂੰਨ 'ਚ ਇਹ ਤਾਂ ਲਿਖ ਦਿੱਤਾ ਕਿ 5 ਸਾਲ ਤੱਕ ਇਸਲਾਮ ਦਾ ਅਭਿਆਸ ਕਰਨ ਵਾਲਾ, ਪਰ ਇਹ ਤੈਅ ਕੌਣ ਕਰੇਗਾ, ਕਿਵੇਂ ਕਰੇਗਾ? ਇਸ ਲਈ ਕੋਈ ਸਾਫ਼-ਸਾਫ਼ ਸਿਸਟਮ ਨਹੀਂ ਸੀ ਤੇ ਅਦਾਲਤ ਨੂੰ ਲੱਗਿਆ ਕਿ ਜੇ ਕੋਈ ਸਿਸਟਮ ਹੀ ਨਹੀਂ ਤਾਂ ਫਿਰ ਤਾਂ ਕੋਈ ਵੀ ਅਧਿਕਾਰੀ ਆਪਣੀ ਮਰਜ਼ੀ ਨਾਲ ਫੈਸਲੇ ਕੱਢ ਸਕਦਾ ਹੈ। ਇਸੇ ਕਰਕੇ ਉਹਨਾਂ ਨੇ ਇਸ ਤੇ ਰੋਕ ਲਗਾ ਦਿੱਤੀ, ਘੱਟੋ-ਘੱਟ ਉਦੋਂ ਤੱਕ ਜਦੋਂ ਤੱਕ ਰਾਜ ਸਰਕਾਰਾਂ ਇਸ ਲਈ ਕੋਈ ਪੱਕੇ ਨਿਯਮ ਨਹੀਂ ਬਣਾ ਲੈਂਦੀਆਂ। ਦੇਖੋ, ਕਾਨੂੰਨ ਤੇ ਉਹਦੇ ਸਿਧਾਂਤ ਇੱਕ ਪਾਸੇ, ਪਰ ਇਹਨਾਂ ਦਾ ਅਸਲ ਅਸਰ ਤਾਂ ਆਮ ਲੋਕਾਂ ਦੇ ਜ਼ਿੰਦਗੀ ਤੇ ਪੈਂਦਾ ਹੈ। ਇਸ ਮਾਮਲੇ ਦੇ ਮਨੁੱਖੀ ਪਹਿਲੂ ਨੂੰ ਸਮਝਣ ਲਈ ਆਓ ਇੱਕ ਨਜ਼ਰ ਮਾਰੀਏ ਉਸ ਕਹਾਣੀ ਤੇ ਜੋ ਪਟੀਸ਼ਨਕਰਤਾਵਾਂ ਨੇ ਅਦਾਲਤ ਵਿੱਚ ਦੱਸੀ। 1500 ਸੋਚ ਕੇ ਦੇਖੋ, 1500 ਸਾਲ। ਇਹ ਉਮਰ ਹੈ ਉਸ ਮੰਦਿਰ ਦੀ ਜੋ ਇਸ ਪੂਰੇ ਵਿਵਾਦ ਦੇ ਕੇਂਦਰ ਵਿੱਚ ਆ ਗਿਆ। ਇਹ ਅੰਕੜਾ ਸਾਨੂੰ ਯਾਦ ਦਿਵਾਉਂਦਾ ਕਿ ਇਹ ਲੜਾਈ ਸਿਰਫ ਜ਼ਮੀਨ ਦੇ ਇੱਕ ਟੁਕੜੇ ਦੀ ਨਹੀਂ, ਸਗੋਂ ਸਦੀਆਂ ਪੁਰਾਣੇ ਇਤਿਹਾਸ, ਵਿਰਾਸਤ ਤੇ ਵਿਸ਼ਵਾਸ ਦੀ ਵੀ ਹੈ। ਪਟੀਸ਼ਨਕਰਤਾਵਾਂ ਦੇ ਵਕੀਲ ਨੇ ਤਿਰੂਚੰਦੋਰ ਪਿੰਡ ਦਾ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਰੱਖਿਆ। ਉਹਨਾਂ ਦਾ ਦਾਅਵਾ ਸੀ ਕਿ ਪੂਰੇ ਦਾ ਪੂਰਾ ਪਿੰਡ ਹੀ ਵਕਫ ਦੀ ਜਾਇਦਾਦ ਐਲਾਨ ਕਰ ਦਿੱਤਾ ਗਿਆ ਸੀ। ਇੱਥੋਂ ਤੱਕ ਕਿ ਉਸ ਜ਼ਮੀਨ ਤੇ ਬਣਿਆ 1500 ਸਾਲ ਪੁਰਾਣਾ ਮੰਦਿਰ ਵੀ। ਤੇ ਇਸ ਦਾ ਅਸਰ, ਖਬਰਾਂ ਮੁਤਾਬਕ ਇੱਕ ਕਿਸਾਨ ਨੂੰ ਜਦੋਂ ਪਤਾ ਲੱਗਾ ਕਿ ਉਸ ਦੀ ਜ਼ਮੀਨ ਹੁਣ ਉਸ ਦੀ ਨਹੀਂ ਰਹੀ, ਉਹੀ ਜ਼ਮੀਨ ਜਿਸ ਨੂੰ ਵੇਚ ਕੇ ਉਹ ਆਪਣੀ ਧੀ ਦਾ ਵਿਆਹ ਕਰਨਾ ਚਾਹੁੰਦਾ ਸੀ, ਤਾਂ ਉਸ ਨੂੰ ਸਦਮੇ ਨਾਲ ਦਿਲ ਦਾ ਦੌਰਾ ਪੈ ਗਿਆ। ਇਹ ਕਹਾਣੀਆਂ ਦੱਸਦੀਆਂ ਨੇ ਕਿ ਦਾਅ ਤੇ ਕੀ ਲੱਗਿਆ ਹੋਇਆ ਹੈ। ਤਾਂ ਜਦੋਂ ਇਹ ਅੰਤਰਿਮ ਫੈਸਲਾ ਆਇਆ ਤਾਂ ਇਸ ਨੂੰ ਕਿਵੇਂ ਦੇਖਿਆ ਗਿਆ? ਕੀ ਇਹ ਕਿਸੇ ਇੱਕ ਧਿਰ ਦੀ ਜਿੱਤ ਸੀ ਜਾਂ ਫਿਰ ਇੱਕ ਵਿਚਕਾਰਲਾ ਰਸਤਾ? ਇੱਕ ਪਾਸੇ ਤਾਂ ਪਟੀਸ਼ਨਕਰਤਾਵਾਂ ਦਾ ਗੁੱਸਾ ਸਾਫ਼ ਸੀ। ਉਹਨਾਂ ਦੇ ਵਕੀਲ ਨੇ ਕਾਨੂੰਨ ਦੀ ਇੱਕ ਧਾਰਾ ਨੂੰ ਕਠੋਰ ਦੱਸਿਆ, ਇੱਕ ਅਜਿਹੀ ਧਾਰਾ ਜਿਸ ਤੇ ਗੌਰ ਕਰਨਾ ਬਹੁਤ ਜ਼ਰੂਰੀ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਸੇ ਵਕੀਲ ਨੇ ਜਿਸ ਨੇ ਕਾਨੂੰਨ ਨੂੰ ਕਠੋਰ ਕਿਹਾ, ਅਦਾਲਤ ਦੇ ਇਸ ਅੰਤਰਿਮ ਹੁਕਮ ਨੂੰ ਬਹੁਤ ਨਿਰਪੱਖ ਅਤੇ ਸੰਤੁਲਿਤ ਵੀ ਕਿਹਾ। ਇਸ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਇਸ ਕਾਨੂੰਨ ਦੇ ਸਖਤ ਆਲੋਚਕ ਸਨ, ਉਹ ਵੀ ਮੰਨ ਰਹੇ ਸਨ ਕਿ ਫਿਲਹਾਲ ਲਈ ਇਹ ਇੱਕ ਸਹੀ ਕਦਮ ਹੈ। ਤਾਂ ਆਖਿਰ 'ਚ ਗੱਲ ਇੱਥੇ ਆ ਕੇ ਖੜਦੀ ਹੈ ਕਿ ਅਦਾਲਤ ਨੇ ਇੱਕ ਬਹੁਤ ਹੀ ਬਾਰੀਕ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਕਾਨੂੰਨ ਨੂੰ ਪੂਰੀ ਤਰ੍ਹਾਂ ਰੋਕਿਆ ਨਹੀਂ ਤਾਂ ਕਿ ਸਿਸਟਮ ਚੱਲਦਾ ਰਹੇ, ਪਰ ਨਾਲ ਹੀ ਉਹਨਾਂ ਸਭ ਤੋਂ ਵਿਵਾਦਪੂਰਨ ਹਿੱਸਿਆਂ ਤੇ ਬ੍ਰੇਕ ਲਗਾ ਦਿੱਤੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਦੁਰਵਰਤੋਂ ਨਾ ਹੋ ਸਕੇ, ਘੱਟੋ-ਘੱਟ ਉਦੋਂ ਤੱਕ ਜਦੋਂ ਤੱਕ ਨਵੇਂ ਸਪਸ਼ਟ ਨਿਯਮ ਨਹੀਂ ਬਣ ਜਾਂਦੇ। ਇਸ ਲਈ ਇਹ ਜਿਹੜਾ ਅੰਤਰਿਮ ਹੁਕਮ ਹੈ, ਇਹ ਇਸ ਕਹਾਣੀ ਦਾ ਅੰਤ ਨਹੀਂ ਹੈ, ਸਗੋਂ ਇਹ ਤਾਂ ਇੱਕ ਨਵਾਂ ਮੋੜ ਹੈ। ਅਸਲ ਸਵਾਲ ਤਾਂ ਹੁਣ ਸ਼ੁਰੂ ਹੁੰਦਾ ਹੈ, ਜਦੋਂ ਰਾਜ ਸਰਕਾਰਾਂ ਆਪਣੇ ਨਵੇਂ ਨਿਯਮ ਲਿਖਣਗੀਆਂ ਤਾਂ ਕੀ ਹੋਵੇਗਾ? ਕੀ ਉਹ ਇਸ ਸੰਤੁਲਨ ਨੂੰ ਕਾਇਮ ਰੱਖ ਸਕਣਗੀਆਂ ਜਾਂ ਫਿਰ ਇਹ ਵਿਵਾਦ ਦੀ ਅੱਗ ਦੁਬਾਰਾ ਭੜਕ ਜਾੜੇਗੀ? ਇਹ ਇੱਕ ਅਜਿਹਾ ਸਵਾਲ ਹੈ ਜਿਸ ਦਾ ਜਵਾਬ ਆਉਣ ਵਾਲਾ ਸਮਾਂ ਹੀ ਦੇਵੇਗਾ।